प्रेज द लॉर्ड, हालेलुया। थैंक यू लॉर्ड जीसस। प्रभु ਜ਼ਮੀਨ ਅਸਮਾਨ ਦੇ ਮਾਲਕ ਤੇ ਖਾਲਕ, ਇਸ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਪ੍ਰਭੂ ਅੱਜ ਦੇ ਅੱਛੇ ਤੇ ਪਿਆਰੇ ਦਿਨ ਦੇ ਲਈ, ਪਵਿੱਤਰ ਦਿਨ ਦੇ ਲਈ ਪ੍ਰਭੂ ਤੇਰਾ ਸ਼ੁਕਰਗੁਜ਼ਾਰ ਕਰਦੇ, ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ। ਤੂੰ ਬਹੁਤ ਹੀ ਪਿਆਰ ਨਾਲ ਭਰਿਆ ਪਰਮੇਸ਼ਵਰ ਤੇ ਤਰਸ ਨਾਲ ਭਰਿਆ ਪਰਮੇਸ਼ਵਰ। ਜੋ ਵੀ ਅੱਜ ਦਾ ਵਚਨ ਹੋਏ ਪ੍ਰਭੂ, ਮੈਂ ਨਾ ਬੋਲਾਂ ਬਲਕਿ ਪ੍ਰਭੂ ਤੁਹਾਡਾ ਪੁੱਤਰ ਆਤਮਾ ਕੰਮ ਕਰੇ ਪਿਤਾ ਆਪਣੇ ਹਾਲੇਲੂਇਆ। ਜੋ ਵੀ ਅਸੀਂ ਸਾਰੇ ਭੈਣ ਭਾਈ ਰਲ ਮਿਲ ਕੇ ਪ੍ਰਭੂ ਤੇਰੇ ਵਚਨ ਤੋਂ ਸਿੱਖੀਏ, ਔਰ ਪਿਤਾ ਪਰਮੇਸ਼ਰ ਤੂੰ ਸਾਡੀ ਮਦਦ ਤੇ ਸਹਾਇਤਾ ਕਰਨਾ, ਕਿਰਪਾ ਕਰਨਾ। ਜਿੰਨੇ ਵੀ ਭੈਣ ਭਾਈ ਸੁਣਨ, ਵੀਡੀਓ ਸੁਣਨ ਪ੍ਰਭੂ, ਇਸ ਵਿੱਚ ਵਚਨ ਸੁਣਨ, ਤੇਰਾ ਪ੍ਰਭੂ ਜ਼ਿੰਦਗੀਆਂ ਬਦਲ ਜਾਣੀ ਯਿਸੂ ਨਾਸਰੀ ਤੇਰੇ ਨਾਮ ਦੇ ਵਿੱਚ, ਹਾਲੇਲੂਇਆ। ਦੁਆ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਚ ਮੰਗਦੇ, ਆਮੀਨ ਆਮੀਨ ਆਮੀਨ, ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ ਮਸੀਹ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ, ਧੰਨਵਾਦ ਕਰਦੇ। ਅੱਜ ਬਹੁਤ ਹੀ ਪਿਆਰਾ ਦਿਨ ਔਰ ਪਵਿੱਤਰ ਦਿਨ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਸਾਡੀਆਂ ਜ਼ਿੰਦਗੀਆਂ ਵਿੱਚ ਪਰਮੇਸ਼ਰ ਅੱਜ ਲੈ ਕੇ ਆਏ ਆ, ਔਰ ਪ੍ਰਭੂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ, ਉਹਦਾ ਧੰਨਵਾਦ ਕਰਦੇ ਹਾਂ। ਸੰਡੇ ਵਾਲਾ ਦਿਨ, ਪਵਿੱਤਰ ਦਿਨ ਪ੍ਰਭੂ ਯਿਸੂ ਮਸੀਹ ਸਾਡੀਆਂ ਜ਼ਿੰਦਗੀ 'ਚ ਲਿਆਏ, ਔਰ ਪ੍ਰਭੂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ, ਉਹਦਾ ਧੰਨਵਾਦ ਕਰਦੇ। ਪਰਮੇਸ਼ਰ ਦੀ ਬਹੁਤ ਵੱਡੀ ਕਿਰਪਾ ਆ, ਬਹੁਤ ਵੱਡਾ ਰਹਿਮ ਆ, ਉਹਦਾ ਫਜ਼ਲ ਆ ਪ੍ਰਭੂ ਯਿਸੂ ਮਸੀਹ ਨਾਸਰੀ ਦਾ, ਜੋ ਸਾਨੂੰ ਜਿੰਦਿਆਂ ਦੀ ਧਰਤੀ ਤੇ ਜਿੰਦੇ ਰੱਖਿਆ, ਹਾਲੇਲੂਇਆ। ਉਹਦੀ ਮਹਿਮਾ ਕਰਨ ਦੇ ਲਈ, ਉਹਦੇ ਵਡਿਆਈ ਕਰਨ ਲਈ, ਉਹਦੀ ਜੈ ਜੈਕਾਰ ਕਰਨ ਦੇ ਲਈ, ਹਾਲੇਲੂਇਆ। ਉਹਦਾ ਵਚਨ ਲੋਕਾਂ ਤੱਕ ਪਹੁੰਚਾਉਣ ਦੇ ਲਈ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਜਿੰਦਿਆਂ ਦੀ ਧਰਤੀ ਤੇ ਜਿੰਦੇ ਰੱਖਿਆ। ਪ੍ਰਭੂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ, ਧੰਨਵਾਦ ਕਰਦੇ ਪ੍ਰਭੂ ਦੇ ਨਾਮ ਨੂੰ, ਇੱਜ਼ਤ ਉਹਦੇ ਨਾਮ ਨੂੰ ਜਲਾਲ ਦਿੰਦੇ, ਹਾਲੇਲੂਇਆ। ਕਿਉਂਕਿ ਪ੍ਰਭੂਆਂ ਦਾ ਪ੍ਰਭੂ, ਰਾਜਿਆਂ ਦਾ ਰਾਜਾ ਪ੍ਰਭੂ ਬਹੁਤ ਮਹਾਨ ਪਰਮੇਸ਼ਰ ਆ ਮੇਰੇ ਜੀਜੋ, ਹਾਲੇਲੂਇਆ। ਬਹੁਤ ਵੱਡੇ ਵੱਡੇ ਕੰਮ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਕਰਦੇ ਆ। ਬਸ ਸ਼ਰਤ ਇਹ ਕਿਹਾ ਕਿ ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਲ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਪਵਿੱਤਰਤਾ ਇਹਦੇ 'ਚ ਜੋੜ ਕੇ ਪਰਮੇਸ਼ਰ ਦੇ ਨਾਲ ਅਸੀਂ ਅੱਛੇ ਤਰੀਕੇ ਦੇ ਨਾਲ ਚੱਲੀਏ। ਔਰ ਸੱਚਮੁੱਚ ਪਰਮੇਸ਼ਰ ਕਹਿੰਦਾ ਆਪਣੀ ਪੁਰਾਣੀ ਇਨਸਾਨੀਅਤ ਨੂੰ ਛੱਡ ਕੇ ਮੇਰੇ ਵਿੱਚ ਨਵੇਂ ਬਣ ਜਾਓ, ਹਾਲੇਲੂਇਆ। ਨਵੀਂ ਇਨਸਾਨੀਅਤ ਨੂੰ ਪਹਿਨ ਲਓ, ਹਾਲੇਲੂਇਆ। ਜੋ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੋਇਆ, ਉਹ ਪਰਮੇਸ਼ਰ ਦਾ ਵਚਨ ਤੁਸੀਂ ਪੜ੍ਹੋ, ਸੁਣੋ ਤੇ ਉਹਦੇ ਉੱਤੇ ਅਮਲ ਕਰੋ, ਤੇ ਉਹਦੇ ਹੁਕਮਾਂ ਦੇ ਉੱਪਰ ਚੱਲ ਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਵਿੱਤਰਤਾ ਦੇ ਵਿੱਚ ਗੁਜ਼ਾਰ ਦਿਓ ਮੇਰੇ ਚੀਚੋ, ਤਾਂ ਕਿ ਜਦੋਂ ਯਿਸੂ ਮਸੀਹ ਨਾਸਰੀ ਆਉਣ, ਰੈਪਚਰ ਹੋਏ, ਔਰ ਯਿਸੂ ਮਸੀਹ ਨੂੰ ਅਸੀਂ ਕਹਿ ਸਕੀਏ ਕਿ ਯਿਸੂ ਨਾਸਰੀ ਦੇਖੋ ਅਸੀਂ ਕਿਸ ਤਰ੍ਹਾਂ ਤੁਹਾਡੇ ਨਾਲ ਚੱਲੇ ਹਾਂ, ਹਾਲੇਲੂਇਆ। ਤਾਂ ਮੇਰੇ ਜੋ ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਤੁਹਾਨੂੰ ਉਹ ਤੁਹਾਡੇ ਕੰਮਾਂ ਨੂੰ ਦੇਖ ਕੇ, ਤੁਹਾਡੀ ਪਵਿੱਤਰਤਾ ਦੇ ਵਿੱਚ ਜਿਹੜਾ ਤੁਸੀਂ ਆਪਣਾ ਜੀਵਨ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਗੁਜ਼ਾਰਿਆ ਆ, ਔਰ ਪਰਮੇਸ਼ਰ ਤੁਹਾਨੂੰ ਯਿਸੂ ਮਸੀਹ ਰਿਵਾਰਡ ਦੇਗਾ, ਹਾਲੇਲੂਇਆ। ਉਹ ਆਪਣੇ ਸਵਰਗ ਰਾਜ ਦੇ ਵਿੱਚ ਤੁਹਾਨੂੰ ਲੈ ਕੇ ਜਾਏਗਾ, ਹਾਲੇਲੂਇਆ ਹਾਲੇਲੂਇਆ। ਮੇਰੇ ਜੋ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਮੇਰੇ ਰਾਜ ਨੂੰ ਪਾਲੋ, ਹਾਲੇਲੂਇਆ, ਤਾਂ ਤੁਹਾਨੂੰ ਸਵਰਗ ਰਾਜ ਮਿਲ ਜਾਏਗਾ। ਤੁਸੀਂ ਮੇਰੇ ਵਿੱਚ ਹੋ ਕੇ ਵਚਨ ਦੇ ਦੁਆਰਾ ਚੱਲੋ, ਔਰ ਪਰਮੇਸ਼ਰ ਦੇ ਹੁਕਮਾਂ ਦੇ ਉੱਪਰ ਚੱਲੋ, ਤਾਂ ਮੇਰੇ ਜੋ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਸਾਡੇ ਲਈ ਸਭ ਕੁਝ ਕਰਨ ਦੀ ਸ਼ਕਤੀ ਰੱਖਦੇ ਆ। ਮੇਰੇ ਜੋ ਅੱਜ ਪਰਮੇਸ਼ਰ ਦੇ ਵਚਨ ਚੋਂ ਦੇਖਾਂਗੇ, ਆਪਣਾ ਵਿਸ਼ਾ ਹੈ ਪਰਮੇਸ਼ਰ ਦੀ ਇੱਛਾ ਪੂਰੀ ਕਰੋ ਤੇ ਸਵਰਗ ਰਾਜ ਵਿੱਚ ਦਾਖਲ ਹੋਵੋਗੇ, ਹਾਲੇਲੂਇਆ। ਪਰਮੇਸ਼ਰ ਦੀ ਇੱਛਾ ਪੂਰੀ ਕਰੋ ਤੇ ਤੁਸੀਂ ਸਵਰਗ ਰਾਜ ਦੇ ਵਿੱਚ ਦਾਖਲ ਹੋ ਜਾਓਗੇ। ਮੇਰੇ ਜੋ ਅੱਜ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਵਰਗ ਰਾਜ ਦੇ ਲਈ ਤਿਆਰੀ ਕਰੀਏ, ਤਾਂ ਮੇਰੇ ਜੋ ਸੱਚਮੁੱਚ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਵਰਗ ਰਾਜ ਲਈ ਤਿਆਰੀ ਕਰੀਏ, ਤਾਂ ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦੀ ਇੱਛਾ ਨੂੰ ਪੂਰੀ ਕਰੀਏ। ਤਾਂ ਇਹੀ ਸਾਡਾ ਅੱਜ ਵਿਸ਼ਾ ਹੈ ਕਿ ਜੇਕਰ ਤੁਸੀਂ ਪਰਮੇਸ਼ਰ ਦੀ ਇੱਛਾ ਪੂਰੀ ਕਰੋਗੇ ਤਾਂ ਸਵਰਗ ਰਾਜ ਵਿੱਚ ਦਾਖਲ ਹੋਵੋਗੇ। ਮੇਰੇ ਜੀਜੋ ਪਰ ਪਰਮੇਸ਼ਰ ਦੇ ਵਚਨ ਦੇ ਵਿੱਚ ਇੱਕ ਜਗ੍ਹਾ ਲਿਖਿਆ ਹੈ, ਮਤੀ ਦੀ ਅੰਜੀਲ 7 ਬਾਬ ਦੀ 21 ਐਤ ਦੇ ਵਿੱਚ ਲਿਖਿਆ ਹੈ, ਮੇਰੇ ਜੀਜੋ ਅਸੀਂ ਜਿਹੜਾ ਆ ਪਰਮੇਸ਼ਰ ਦੀ ਵਡਿਆਈ, ਉਹਦੇ ਨਾਮ ਦੀ ਮਹਿਮਾ ਵਚਨ ਦੇ ਮੁਤਾਬਕ ਕਰਨੀ ਹੈ, ਹਾਲੇਲੂਇਆ। ਬਹੁਤ ਸਾਰੇ ਲੋਕ ਕਹਿੰਦੇ ਆ ਕਿ ਜੀ ਅਸੀਂ ਬਿਮਾਰਾਂ ਨੂੰ ਚੰਗੇ ਕਰ ਦਿੱਤਾ, ਅਸੀਂ ਅੰਨ੍ਹਿਆਂ ਨੂੰ ਚੰਗੇ ਕਰ ਦਿੱਤਾ, ਅਸੀਂ ਬਹੁਤ ਵੱਡੇ ਵੱਡੇ ਕੰਮ ਕੀਤੇ ਯਿਸੂ ਦੇ ਨਾਮ ਦੇ ਵਿੱਚ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ। ਉਹ ਤਾਂ ਪਰਮੇਸ਼ਰ ਦਾ ਵਾਅਦਾ ਹੈ ਸਾਡੇ ਨਾਲ। ਪਰ ਮੇਰੇ ਚੀਜ਼ੋ ਅਸੀਂ ਸਿਰਫ ਇਹਨਾਂ ਕੰਮਾਂ ਤੱਕ ਹੀ ਨਹੀਂ ਰਹਿਣਾ ਹੈ, ਅਸੀਂ ਆਪਣੇ ਆਪ ਨੂੰ ਸਵਰਗ ਰਾਜ ਦੇ ਲਈ ਵੀ ਤਿਆਰ ਕਰਨਾ ਹੈ। ਲੋਕਾਂ ਨੂੰ ਪਰਮੇਸ਼ਵਰ ਦੇ ਰਾਜ ਦੇ ਬਾਰੇ ਵੀ ਦੱਸਣਾ ਹੈ, ਸਵਰਗ ਰਾਜ ਦੇ ਬਾਰੇ ਵੀ ਦੱਸਣਾ ਹੈ, ਹਾਲੇਲੂਇਆ। ਇੱਥੇ ਦੀਆਂ ਚੀਜ਼ਾਂ, ਇੱਥੇ ਦੀ ਧਰਤੀ ਦੀਆਂ ਚੀਜ਼ਾਂ, ਸੰਸਾਰ ਦੀਆਂ ਚੀਜ਼ਾਂ ਦੇ ਪਿੱਛੇ ਹੀ ਨਹੀਂ ਅਸੀਂ ਲੱਗੇ ਰਹਿਣਾ ਮੇਰੇ ਚੀਜ਼ੋ, ਹਾਲੇਲੂਇਆ। ਅਸੀਂ ਠੀਕ ਹੈ ਕਿ ਪਰਮੇਸ਼ਰ ਦਾ ਵਾਅਦਾ ਆ ਕਿ ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ, ਤੁਸੀਂ ਮੇਰੇ ਨਾਮ ਦੇ ਲੋਕਾਂ ਨੂੰ ਚੰਗੇ ਕਰੋਗੇ, ਬਿਮਾਰਾਂ ਨੂੰ ਚੰਗੇ ਕਰੋਗੇ। ਬਸ ਇੱਥੇ ਤੱਕ ਹੀ ਨਹੀਂ ਅਸੀਂ ਰਹਿਣਾ ਹੈ ਮੇਰੇ ਜੀਜੋ, ਹਾਲੇਲੂਇਆ। ਅਸੀਂ ਅੱਗੇ ਵਧਣਾ ਹੈ ਪਰਮੇਸ਼ਰ ਦੇ ਸਵਰਗ ਰਾਜ ਦੇ ਵਿੱਚ ਵੜਨ ਦੇ ਲਈ, ਅਸੀਂ ਤਿਆਰੀ ਕਰਨੀ ਹੈ ਮੇਰੇ ਜੀਜੋ,
ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ ਮੇਰੇ ਜੀ, ਅਸੀਂ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨਹੀਂ ਜੀ ਅਸੀਂ ਬਿਮਾਰਾਂ ਨੂੰ ਚੰਗੇ ਕਰ ਦਿੱਤਾ, ਅਸੀਂ ਅੰਨ੍ਹਾਂ ਨੂੰ ਚੰਗੇ ਕਰ ਦਿੱਤਾ, ਜਾਂ ਹੋਰ ਜਿਹੜੇ ਮੈਰਕਲ ਜਿਹੜੇ ਅਸੀਂ ਭਵਿੱਖਬਾਣੀ ਕੀਤੀਆਂ, ਅਸੀਂ ਤੇਰੇ ਨਾਂ ਦੇ ਚੰਗੇ ਕੀਤੇ ਪ੍ਰਭੂ। ਤਾਂ ਪ੍ਰਭੂ ਕਹਿੰਦਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ। ਜਿੰਨਾ ਚਿਰ ਅਸੀਂ ਸਵਰਗ ਦੇ ਰਾਜ ਦੀ ਤਿਆਰੀ ਨਹੀਂ ਕਰਦੇ, ਜਿੰਨਾ ਚਿਰ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹ ਕੇ ਉਹਦੇ ਉੱਪਰ ਹੁਕਮਾਂ ਦੇ ਉੱਪਰ ਨਹੀਂ ਚੱਲਦੇ, ਤੇ ਮੇਰੇ ਜੀਜੋ ਅਸੀਂ ਕੀ ਆ ਸਵਰਗ ਰਾਜ ਦੇ ਵਿੱਚ ਵੜ ਨਹੀਂ ਸਕਦੇ। ਕਦੋਂ ਵੜ ਸਕਦੇ ਹਾਂ? ਜਦੋਂ ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਰਾਜ ਦੀ ਤਿਆਰੀ, ਸਵਰਗ ਰਾਜ ਦੀ ਤਿਆਰੀ ਅਸੀਂ ਕਰਾਂਗੇ, ਆਪਣੇ ਦਿਲਾਂ ਨੂੰ ਤਿਆਰ ਕਰਾਂਗੇ, ਆਪਣੇ ਦਿਲਾਂ ਨੂੰ ਪਾਕ ਤੇ ਸਾਫ਼ ਕਰਕੇ ਪਵਿੱਤਰਤਾਈ ਦੇ ਵਿੱਚ ਆਪਣਾ ਜੀਵਨ ਗੁਜ਼ਾਰਾਂਗੇ। ਹਾਲੇਲੂਇਆ। ਔਰ ਪਰਮੇਸ਼ਰ ਦੇ ਹੁਕਮਾਂ ਦੇ ਉੱਪਰ ਚੱਲਾਂਗੇ ਤਾਂ ਮੇਰੇ ਜੀਜੋ ਫੇਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਕਹਿੰਦੇ ਮੈਂ ਤੁਹਾਡੇ ਨਾਲ ਆ, ਮੈਂ ਤੁਹਾਨੂੰ ਸਵਰਗ ਦੇ ਰਾਜ ਦੇ ਵਿੱਚ ਲੈ ਕੇ, ਜੇ ਤੁਸੀਂ ਮੇਰੀ ਇੱਛਾ ਪੂਰੀ ਕਰੋਗੇ ਤਾਂ ਤੁਸੀਂ ਸਵਰਗ ਰਾਜ ਦੇ ਭਾਗੀ ਹੋਵੋਗੇ ਮੇਰੇ ਜੀਜੋ। ਸਿਰਫ ਇੱਥੇ ਤੱਕ ਹੀ ਨਹੀਂ, ਬਿਮਾਰਾਂ ਨਹੀਂ ਚੰਗੇ ਕਰ ਦਿੱਤਾ, ਪਾਸਪੋਰਟਾਂ ਦੇ ਵੀਜ਼ੇ ਦੁਆਵਾਂ ਕਰਕੇ ਲਗਾਤੇ, ਇਦਾਂ ਦੇ ਕੰਮਾਂ ਨੂੰ ਅਸੀਂ ਕੀਆ। ਠੀਕ ਹੈ, ਇਹ ਸਭ ਕੁਝ ਚੱਲਦਾ ਹੈ, ਪਰ ਅਸੀਂ ਜ਼ਿਆਦਾ ਅਹਿਮੀਅਤ ਜਿਹੜੀ ਆ ਉਹ ਅਸੀਂ ਜਿਹੜੀ ਆ ਪਰਮੇਸ਼ਵਰ ਦੇ ਸਵਰਗ ਰਾਜ ਦੇ ਵਿੱਚ ਵੜਨ ਦੇ ਲਈ ਅਸੀਂ ਕੋਸ਼ਿਸ਼ ਕਰਨੀ ਹੈ ਮੇਰੇ ਜੀਜੋ। ਅਸੀਂ ਤਿਆਰੀ ਕਰਨੀ ਹੈ ਪਰਮੇਸ਼ਰ ਦੇ ਰਾਜ ਦੇ ਵਿੱਚ। 5 ਕੁਆਰੀਆਂ ਸੀ, ਉਹਨਾਂ ਨੇ ਤਿਆਰੀ ਕੀਤੀ ਹੋਈ ਸੀ ਮੇਰੇ ਜੀਜੋ, ਉਹਨਾਂ ਨੇ ਤਿਆਰੀ ਕੀਤੀ ਹੋਈ ਸੀ। ਜਿਹੜੀਆਂ 5 ਮੂਰਖ ਸੀਗੀਆਂ, ਉਹਨਾਂ ਨੇ ਪਰਮੇਸ਼ਰ ਦਾ ਪੁੱਤਰ ਆਤਮਾ ਨਹੀਂ ਸੀ ਪਾਇਆ ਹੋਇਆ, ਉਹਨਾਂ ਨੇ ਆਪਣੀਆਂ ਮਸਾਲਾਂ 'ਚ ਤੇਲ ਨਹੀਂ ਸੀ ਲਿਆ ਹੋਇਆ। ਮਸਾਲਾਂ ਦੇ ਵਿੱਚ ਤੇਲ ਦਾ ਮਤਲਬ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਤਿਆਰ ਨਹੀਂ ਸੀ ਕੀਤਾ, ਪੁੱਤਰ ਆਤਮਾ ਦੇ ਨਾਲ ਨਹੀਂ ਸੀ ਭਰੀਆਂ ਹੋਈਆਂ। ਪਰ ਜਿਹੜੀਆਂ ਮਤਲਬ 5 ਕੁਆਰੀਆਂ ਜਿਹੜੀਆਂ ਚਤਰ ਸੀਗੀਆਂ, ਹਾਲੇਲੂਇਆ, ਉਹਨਾਂ ਨੇ ਆਪਣਾ ਤੇਲ, ਉਹਨਾਂ ਨੇ ਪੁੱਤਰ ਆਤਮਾ ਪਾਇਆ ਹੋਇਆ ਸੀ ਮੇਰੇ ਜੀਜੋ, ਉਹਨਾਂ ਨੇ ਤਿਆਰੀ ਕੀਤੀ ਹੋਈ ਸੀ ਸਾਰੀ, ਹਾਲੇਲੂਇਆ। ਤੇ ਜਦੋਂ ਲਾੜਾ ਆਇਆ ਤਾਂ ਉਸ ਦਰਵਾਜ਼ਾ ਖੁੱਲਾ ਤਾਂ ਉਹਦੇ ਨਾਲ ਵੜ ਗਈਆਂ। ਜਿਹੜੀਆਂ ਮੂਰਖ ਸੀਗੀਆਂ ਉਹ ਪਿੱਛੇ ਰਹਿ ਗਈਆਂ, ਕਿਉਂਕਿ ਉਹਨਾਂ ਦੀ ਤਿਆਰੀ ਕੋਈ ਨਹੀਂ ਸੀ, ਹਾਲੇਲੂਇਆ। ਉਹਨਾਂ ਦੀ ਕੋਈ ਤਿਆਰੀ ਨਹੀਂ ਸੀਗੀ। ਤਾਂ ਉਹ ਸਮਾਂ ਉਹਨਾਂ ਕੋਲ ਤੇਲ ਮੰਗਦੀਆਂ, ਉਹ ਕਹਿੰਦੀਆਂ, ਜਿਹੜੀਆਂ ਚਤਰ ਸੀ ਉਹ ਕਹਿੰਦੀਆਂ ਕਿਤੇ ਸਾਡੇ ਕੋਲ ਨਾ ਥੁੱਟ ਜਾਵੇ, ਹਾਲੇਲੂਇਆ। ਤਾਂ ਮੇਰੀ ਜੀ ਉਹ ਪਿੱਛੇ ਰਹਿ ਗਏ। ਇਸ ਤਰ੍ਹਾਂ ਅਸੀਂ ਉਹ 5 ਚਤਰ ਜਿਹੜੀਆਂ ਕੁਆਰੀਆਂ ਸੀਗੀਆਂ ਉਹਨਾਂ ਵਾਂਗੂ ਅਸੀਂ ਬਣਨਾ ਹੈ ਕਿ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ, ਸਵਰਗ ਰਾਜ ਲਈ ਤਿਆਰ ਕਰੀਏ, ਪੁੱਤਰਤਾਈ ਦੇ ਵਿੱਚ ਆਪਣਾ ਜੀਵਨ ਗੁਜ਼ਾਰੀਏ ਔਰ ਪਰਮੇਸ਼ਵਰ ਦੇ ਨਾਲ ਆਪਣੀ ਜ਼ਿੰਦਗੀ ਨੂੰ, ਹਾਲੇਲੂਇਆ, ਅੱਛੇ ਤਰੀਕੇ ਦੇ ਨਾਲ ਜੋ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਹੈ ਗੁਜ਼ਾਰੀਏ ਮੇਰੇ ਜੀਜੋ। ਤਾਂ ਫਿਰ ਅਸੀਂ ਪਰਮੇਸ਼ਰ ਦੇ ਰਾਜ ਦੇ ਵਿੱਚ ਦਾਖਲ ਹੋ ਸਕਦੇ ਮੇਰੇ ਜੀਜੋ, ਹਾਲੇਲੂਇਆ। ਲਿਖਿਆ ਕਿ ਪਰਮੇਸ਼ਵਰ ਦੀ ਇੱਛਾ ਨੂੰ ਪੂਰੀ ਕਰੋਗੇ ਤਾਂ ਤੁਸੀਂ ਕੀ ਆ ਸਵਰਗ ਰਾਜ ਦੇ ਵਿੱਚ ਦਾਖਲ ਹੋ ਜਾਓਗੇ ਮੇਰੇ ਜੀਜੋ, ਹਾਲੇਲੂਇਆ। ਏਦਾਂ ਨਹੀਂ ਅਸੀਂ ਦਾਖਲ ਹੋਣਾ, ਅਸੀਂ ਬਿਮਾਰਾਂ ਨੂੰ ਚੰਗਾ ਕਰ ਦਿੱਤਾ, ਅਸੀਂ ਦੁਆਵਾਂ ਕਰਕੇ ਹੋਰ ਵੱਡੇ ਵੱਡੇ ਕੰਮ ਕਰ ਦਿੱਤੇ, ਭਵਿੱਖਬਾਣੀਆਂ ਕਰ ਦਿੱਤੀਆਂ, ਇੱਥੇ ਤੱਕ ਹੀ ਨਹੀਂ ਰਹਿਣਾ। ਪਰਮੇਸ਼ਰ ਦਾ ਵਚਨ ਸਾਨੂੰ ਸਾਫ਼-ਸਾਫ਼ ਕਹਿੰਦਾ ਮੇਰੇ ਜੀਜੋ, ਹਾਲੇਲੂਇਆ। ਅੱਜ ਅਸੀਂ ਦੇਖਣਾ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਮਤੀ ਦੀ ਅੰਜੀਲ ਉਹਦਾ 7 ਬਾਬ ਦੀ 21 ਆਇਤ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਾਂਗੇ, ਹਾਲੇਲੂਇਆ। ਲਿਖਿਆ ਪਰਮੇਸ਼ਰ ਦੇ ਵਿੱਚ, ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ, ਬਲਕਿ ਉਹੀ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ, ਹਾਲੇਲੂਇਆ। ਦੇਖੋ ਸਾਫ਼ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ, ਮਤੀ ਦੀ ਅੰਜੀਲ ਉਹਦੀ 7 ਬਾਬ ਦੀ 21 ਦੇ ਵਿੱਚ ਲਿਖਿਆ ਹੈ ਕਿ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ, ਬਲਕਿ ਉਹੀ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਦੇ ਉੱਤੇ ਚੱਲਦਾ ਹੈ। ਮੇਰੇ ਸਵਰਗੀ ਪਿਤਾ ਦੀ ਮਰਜ਼ੀ ਦੇ ਉੱਪਰ ਚੱਲਦਾ ਮੇਰੇ ਜੋ ਪਿਤਾ ਵੀ ਉਹ ਆਪ ਹੀ ਹੈ, ਪਰਮੇਸ਼ਰ ਵੀ ਆਪ ਹੈ, ਸਭ ਕੁਝ ਆਪ ਹੈ, ਪਰ ਫਿਰ ਵੀ ਉਹ ਪਰਮੇਸ਼ਰ ਨੂੰ ਅਹਿਮੀਅਤ ਦਿੰਦਾ ਹੈ, ਪਰਮੇਸ਼ਰ ਦੀ ਪਿਤਾ ਦੀ ਰਿਸਪੈਕਟ ਕਰਦਾ ਹੈ, ਇੱਜ਼ਤ ਮਾਣ ਦਿੰਦਾ ਹੈ। ਆਪ ਹੀ ਪਿਤਾ ਹੈ ਤੇ ਆਪ ਹੀ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਹੈ। ਹਲੇ ਉਹ ਕਹਿੰਦਾ ਆਦ ਔਰ ਅੰਤ ਮੈਂ ਹੈ, ਅਲਫਾ ਔਰ ਓਮੇਗਾ ਮੈਂ ਹੈ। ਜਿਹੜਾ ਮੇਰੇ ਪਿਤਾ ਦੀ ਮਰਜ਼ੀ ਦੇ ਉੱਪਰ ਚੱਲਦਾ, ਮਤਲਬ ਕਿ ਜਿਹੜਾ ਮੇਰੇ ਵਚਨਾਂ ਦੇ ਮੁਤਾਬਕ ਚੱਲਦਾ ਹੈ, ਵਚਨ ਜੋ ਪਰਮੇਸ਼ਰ ਦੇ ਵਚਨ ਹੁਕਮ ਆ ਉਹਨਾਂ ਦੇ ਉੱਪਰ ਚੱਲਦਾ ਹੈ, ਹਾਲੇਲੂਇਆ, ਹਾਲੇਲੂਇਆ। ਸਵਰਗੀ ਰਾਜ ਮਰਜ਼ੀ ਉੱਤੇ ਚੱਲਦਾ ਹੈ ਅਤੇ ਉਸ ਦਿਨ ਹਰੇਕ ਮੈਨੂੰ ਆਖਣਗੇ, ਹੇ ਪ੍ਰਭੂ ਕਿ ਅਸੀਂ ਤੇਰਾ ਨਾਮ ਲੈ ਕੇ ਅਗੰਮ-ਬਕ ਨਹੀਂ ਕੀਤੇ। ਕਹਿੰਦਾ ਉਸ ਦਿਨ ਮੈਨੂੰ ਸਾਰੇ ਲੋਕ ਕਹਿਣਗੇ, ਹੇ ਪ੍ਰਭੂ ਅਸੀਂ ਤੇਰਾ ਨਾਮ ਲੈ ਕੇ ਅਗੰਮ-ਬਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ। ਉਸ ਦਿਨ ਜਦੋਂ ਪ੍ਰਭੂ ਯਿਸੂ ਮਸੀਹ ਆਉਣਗੇ ਤਾਂ ਲੋਕ ਉਹਨਾਂ ਨੂੰ ਕਹਿਣਗੇ ਕਿ ਦੇਖੋ ਪਰਮੇਸ਼ਵਰ, ਅਸੀਂ ਤੇਰੇ ਨਾਂ ਦੇ 'ਚ ਭੂਤ ਕੱਢੇ, ਅਸੀਂ ਤੇਰੇ ਨਾਂ 'ਚ ਬਿਮਾਰੀਆਂ ਚੰਗੀਆਂ ਕੀਤੀਆਂ, ਅਸੀਂ ਤੇਰੇ ਨਾਂ 'ਚ ਭਵਿੱਖਬਾਣੀਆਂ ਕੀਤੀਆਂ, ਹਾਲੇਲੂਇਆ। ਇਹ ਸਭ ਕੁਝ ਅਸੀਂ ਕੀਤਾ, ਪਰ ਪਰਮੇਸ਼ਵਰ ਉੱਥੇ ਕੀ ਕਹੇਗਾ, ਹਾਲੇਲੂਇਆ, ਹਾਲੇਲੂਇਆ, ਨਹੀਂ ਕੀਤਾ।
ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ, ਤੇ ਫਿਰ ਪਰਮੇਸ਼ਰ ਕੀ ਕਹਿਣਗੇ ਉਹਨਾਂ ਨੂੰ? ਲਿਖਿਆ, ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬਰਿਆਰਿਓ ਮੇਰੇ ਕੋਲੋਂ ਚਲੇ ਜਾਓ, ਹੇ ਬਰਿਆਰਿਓ ਮੇਰੇ ਕੋਲੋਂ ਚਲੇ ਜਾਓ, ਮੈਂ ਤੁਹਾਨੂੰ ਨਹੀਂ ਜਾਣਦਾ ਹਾਂ। ਕਿਉਂ ਪਰਮੇਸ਼ਰ ਨੇ ਇੱਥੇ ਇਹ ਗੱਲ ਕਹੀ? ਹਾਲੇਲੂਇਆ। ਮੇਰੇ ਜੀਜਾ ਅਸੀਂ ਉੱਥੇ ਤੱਕ ਹੀ ਬੈਠੇ ਰਹਿੰਦੇ ਆ, ਬਿਮਾਰੀਆਂ ਚੰਗੀਆਂ ਕਰਤੀਆਂ, ਭੂਤ ਕੱਢ ਦਿੱਤੇ, ਬਦਬੂਹਾਂ ਕੱਢ ਦਿੱਤੀਆਂ, ਅਗੰਮ ਪਾਕ ਕਰ ਲਏ, ਇੱਥੋਂ ਤੱਕ ਹੀ ਅਸੀਂ ਬੈਠੇ ਆ। ਪਰ ਜੋ ਪਰਮੇਸ਼ਰ ਦਾ ਹੁਕਮ ਆ, ਪਿਤਾ ਦੀ ਮਰਜ਼ੀ ਜਿਹੜੀ ਆ, ਉਹਨੂੰ ਨਹੀਂ ਅਸੀਂ ਜਾਣਦੇ। ਪਿਤਾ ਨੂੰ ਅਹਿਮੀਅਤ ਨਹੀਂ ਅਸੀਂ ਦਿੰਦੇ। ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਅਸੀਂ ਅਹਿਮੀਅਤ ਨਹੀਂ ਦਿੰਦੇ, ਬਲਕਿ ਅਸੀਂ ਉਹਨਾਂ ਜਿਹੜੇ ਬਿਮਾਰਾਂ ਨੂੰ ਚੰਗੇ ਕਰ ਲਿਆ, ਭੂਤ ਕੱਢ ਦਿੱਤੇ, ਜਾਂ ਜਿਹਨੂੰ ਬਦਰੂਹਾਂ ਕੱਢ ਦਿੱਤੀਆਂ, ਇੱਥੇ ਤੱਕ ਹੀ ਅਸੀਂ ਅੱਜ ਕੱਲ੍ਹ ਬੈਠੇ ਹਾਂ। ਲੋਕ ਸਿਰਫ ਤੇ ਸਿਰਫ ਇਸੇ ਕਰਕੇ ਠੀਕ ਆਉਣ ਲਈ ਆਉਂਦੇ ਆ, ਬਦਰੂਹਾਂ ਕਢਾਉਣ ਲਈ ਆਉਂਦੇ ਆ, ਪਾਸਪੋਰਟਾਂ ਦੇ ਉੱਪਰ ਵੀਜ਼ੇ ਲਵਾਉਣ ਲਈ ਆਉਂਦੇ ਆ, ਇੱਥੋਂ ਤੱਕ ਹੀ। ਉਸ ਤੋਂ ਬਾਅਦ ਕੁਛ ਨਹੀਂ ਆ ਮੇਰੇ ਜੀਜੋ, ਉਸ ਤੋਂ ਬਾਅਦ ਵੀ ਕੁਛ ਆ ਮੇਰੇ ਜੀਜੋ। ਹਾਲੇਲੂਇਆ। ਉਸ ਤੋਂ ਬਾਅਦ ਹੈ ਕਿ ਆਪਣੀ ਜ਼ਿੰਦਗੀ ਜਿਹੜੀ ਆ ਪ੍ਰਭੂ ਯਿਸੂ ਮਸੀਹ ਨੂੰ ਪੂਰੀ ਤੌਰ ਤੇ ਅਰਪਣ ਕਰ ਦਈਏ, ਕਰਕੇ ਪਵਿੱਤਰਤਾ ਦੇ ਵਿੱਚ ਆਪਣਾ ਜੀਵਨ ਗੁਜ਼ਾਰੀਏ। ਜੋ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਉਹ ਹੁਕਮ ਪੂਰੇ ਕਰੀਏ। ਹਾਲੇਲੂਇਆ। ਤਾਂ ਫਿਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਕਹਿੰਦੇ ਆ ਕਿ ਤੁਸੀਂ ਮੇਰੀ ਇੱਛਾ ਪੂਰੀ ਕਰੋਗੇ ਤਾਂ ਤੁਸੀਂ ਸਵਰਗ ਰਾਜ ਦੇ ਭਾਗੀ ਹੋਵੋਗੇ। ਅਸੀਂ ਪਰਮੇਸ਼ਰ ਦੀ ਇੱਛਾ ਪੂਰੀ ਨਹੀਂ ਕਰਦੇ, ਬਲਕਿ ਅਸੀਂ ਉੱਥੇ ਤੱਕ ਹੀ ਬਿਮਾਰਾਂ ਨੂੰ ਚੰਗੇ ਕਰਤੇ, ਭਵਿੱਖਬਾਣੀਆਂ ਕਰਤੀਆਂ, ਅਸੀਂ ਬਸ ਇੱਥੇ ਤੱਕ ਹੀ ਆ, ਪਾਸਪੋਰਟਾਂ ਤੇ ਵੀਜ਼ੇ ਲਵਾਤੇ ਪਰਮੇਸ਼ਰ ਦੇ ਕੋਲੋਂ ਦੁਆ ਕਰਕੇ। ਪਰ ਮੇਰੇ ਚ ਪਰਮੇਸ਼ਰ ਕਹਿੰਦਾ ਹੋਰ ਵੀ ਕੁਛ ਆ। ਹਾਲੇਲੂਇਆ। ਲਿਖਿਆ, ਸਾਫ਼ ਲਿਖਿਆ, ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ ਤੁਹਾਨੂੰ ਮੈਂ ਕਦੇ ਨਹੀਂ ਜਾਣਿਆ। ਹੇ ਬਰਿਆਰਿਓ ਮੇਰੇ ਕੋਲੋਂ ਚਲੇ ਜਾਓ, ਹੇ ਬਰਿਆਰਿਓ ਮੇਰੇ ਕੋਲੋਂ ਚਲੇ ਜਾਓ ਮੇਰੇ ਜੀਜਾ। ਹਾਲੇਲੂਇਆ। ਅੱਜ ਮੇਰੇ ਜੀਜਾ ਲੋੜ ਆ ਸਾਨੂੰ ਆਪਣਾ ਜੀਵਨ ਜਿਹੜਾ ਆ ਉਹ ਪਵਿੱਤਰ ਰਾਹ ਦੇ ਵਿੱਚ ਚੱਲ ਕੇ ਪੂਰੇ ਤੌਰ ਤੇ ਪਰਮੇਸ਼ਰ ਦੇ ਨਾਲ ਆਪਣੀ ਲਗਨ ਲਗਾ ਕੇ, ਔਰ ਪਰਮੇਸ਼ਰ ਦੇ ਨਾਲ ਆਪਣੇ ਜੋ ਪਰਮੇਸ਼ਰ ਦੇ ਹੁਕਮ ਆ, ਕਹਿੰਦਾ ਪਹਿਲਾਂ ਮੇਰੀ ਬਾਦਸ਼ਾਹੀ ਨੂੰ ਢੂੰਡੋ, ਬਾਕੀ ਸਭ ਕੁਝ ਤੁਹਾਨੂੰ ਮਿਲ ਜਾਏਗਾ। ਤੁਸੀਂ ਮੇਰਾ ਨਾਂ ਲੈ ਕੇ ਜੋ ਕੁਝ ਵੀ ਮੰਗੋਗੇ ਤੁਹਾਡੇ ਲਈ ਹੋ ਜਾਏਗਾ। ਅਸੀਂ ਪਰਮੇਸ਼ਰ ਦੀ ਬਾਦਸ਼ਾਹੀ ਨੂੰ ਢੂੰਡਣ ਦੇ ਵੱਲ ਨਹੀਂ ਜਾ ਰਹੇ ਅੱਜ ਕੱਲ। ਅਸੀਂ ਪਰਮੇਸ਼ਰ ਦੇ ਸਵਰਗ ਰਾਜ ਦੀ ਤਿਆਰੀ ਕਰਨ ਦੇ ਲਈ ਨਹੀਂ ਅਸੀਂ ਕਰ ਰਹੇ, ਬਲਕਿ ਅਸੀਂ ਬਸ ਚੰਗੇ ਕਰਨ ਦੇ ਲਈ, ਬਦਰੂਹਾਂ ਕੱਢਣ ਲਈ, ਹੋਰ ਭਵਿੱਖਬਾਣੀਆਂ ਕਰਨ ਦੇ ਲਈ ਦੇ ਪਿੱਛੇ ਹੀ ਲੱਗੇ ਹੋਏ ਆ ਮੇਰੇ ਚੀਜ਼ਾਂ। ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਤੁਸੀਂ ਮੇਰੇ ਤੋਂ ਵੀ ਵੱਡੇ ਕੰਮ ਕਰੋਗੇ। ਉਹ ਤਾਂ ਪਰਮੇਸ਼ਰ ਦਾ ਵਾਅਦਾ ਆ, ਪਰ ਕੰਮਾਂ ਦੇ ਨਾਲ ਅਸੀਂ ਪਰਮੇਸ਼ਰ ਦੇ ਸਵਰਗ ਰਾਜ ਦੇ ਲਈ ਵੀ ਤਿਆਰੀ ਕਰਨੀ ਆ ਮੇਰੇ ਜੀਜੋ। ਉਹ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਜੇ ਉਹਦੀ ਇੱਛਾ ਨੂੰ ਤੁਸੀਂ ਪੂਰੀ ਕਰੋਗੇ ਤਾਂ ਤੁਸੀਂ ਸਵਰਗ ਰਾਜ ਦੇ ਭਾਗੀ ਹੋਵੋਗੇ। ਹਾਲੇਲੂਇਆ। ਆਪਾਂ ਇੱਕ ਹੋਰ ਪਰਮੇਸ਼ਰ ਦੇ ਵਚਨ ਚੋਂ ਦੇਖਦੇ ਹਾਂ, ਲੂਕਾ ਦੀ ਅੰਜੀਲ ਉਹਦਾ 22 ਬਾਬ ਦੀ 42 ਐਤ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਾਂਗੇ। ਹਾਲੇਲੂਇਆ। ਲਿਖਿਆ, ਹੇ ਪਿਤਾ ਜੇ ਤੈਨੂੰ ਭਾਵੇਂ ਤਾਂ ਇਹ ਪਿਆਲਾ ਮੇਰੇ ਤੋਂ ਹਟਾ ਦੇ ਤਾਂ ਵੀ ਮੇਰੀ ਮਰਜ਼ੀ ਨਹੀਂ ਬਲਕਿ ਤੇਰੀ ਮਰਜ਼ੀ ਪੂਰੀ ਹੋਵੇ। ਹਾਲੇਲੂਇਆ। ਇੱਥੇ ਪਤਾ ਲੱਗਦਾ, ਇਸ ਆਇਤ ਦੇ ਵਿੱਚ ਸਾਨੂੰ ਪਤਾ ਲੱਗਦਾ ਜਦੋਂ ਪ੍ਰਭੂ ਯਿਸੂ ਮਸੀਹ ਨੇ ਕਿਹਾ, ਹੇ ਪਿਤਾ ਜੇ ਤੈਨੂੰ ਭਾਵੇਂ ਤਾਂ ਇਹ ਪਿਆਲਾ ਮੇਰੇ ਤੋਂ ਹਟਾ ਦੇ, ਫਿਰ ਵੀ ਮੇਰੀ ਮਰਜ਼ੀ ਨਹੀਂ ਬਲਕਿ ਤੇਰੀ ਮਰਜ਼ੀ ਪੂਰੀ ਹੋਵੇ। ਅਸੀਂ ਕਈ ਵਾਰ ਅਸੀਂ ਆਪਣੀ ਹੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਹਾਂ ਔਰ ਕਰਦੇ ਵੀ ਹਾਂ, ਪਰ ਅਸੀਂ ਪਰਮੇਸ਼ਰ ਦੀ ਮਰਜ਼ੀ ਨੂੰ ਕਈ ਵਾਰੀ ਨਹੀਂ ਜਾਣਦੇ ਮੇਰੇ ਜੀਜਾ। ਸਾਨੂੰ ਪਰਮੇਸ਼ਰ ਦੀ ਮਰਜ਼ੀ ਨੂੰ ਜਾਣਨਾ ਬਹੁਤ ਜ਼ਰੂਰੀ ਆ। ਔਰ ਇੱਥੇ ਪ੍ਰਭੂ ਯਿਸੂ ਮਸੀਹ ਨੇ ਵੀ ਪਰਮੇਸ਼ਰ ਨੂੰ ਪਿਤਾ ਨੂੰ ਜਿਹੜਾ ਆ ਉਹ ਰਿਸਪੈਕਟ ਕੀਤੀ, ਆਦਰ ਮਾਣ ਦਿੱਤਾ। ਕਹਿੰਦਾ ਉਹ ਹਾਲਾਂਕਿ ਆਪ ਹੀ ਪਿਤਾ ਤੇ ਆਪ ਹੀ ਪ੍ਰਭੂ ਯਿਸੂ ਮਸੀਹ ਖੁਦ ਆ, ਪਰ ਫਿਰ ਵੀ ਉਹ ਪਿਤਾ ਨੂੰ ਆਦਰ ਮਾਣ ਦਿੰਦੇ। ਕਹਿੰਦੇ ਹੇ ਪਿਤਾ ਇਹ ਪਿਆਲਾ ਹਟ ਜਾਏ ਮੇਰੇ ਤੋਂ, ਪਰ ਫਿਰ ਵੀ ਮੇਰੀ ਨਹੀਂ ਬਲਕਿ ਤੇਰੀ ਮਰਜ਼ੀ ਪੂਰੀ ਹੋਵੇ। ਹਾਲੇਲੂਇਆ। ਫਿਰ ਵੀ ਇੱਥੇ ਪਰਮੇਸ਼ਰ ਦੀ ਮਰਜ਼ੀ ਨੂੰ ਪ੍ਰਭੂ ਯਿਸੂ ਮਸੀਹ ਨੇ ਜਾਣਿਆ ਵੀ ਤੇਰੀ ਮਰਜ਼ੀ ਪੂਰੀ ਹੋਵੇ। ਹਾਲੇਲੂਇਆ। ਅੱਜ ਸਾਨੂੰ ਲੋੜ ਆ ਮੇਰੇ ਜੀਜੋ, ਜਦ ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਅੱਗੇ ਦੁਆ ਕਰਦੇ ਹਾਂ ਕਿਸੇ ਲਈ ਵੀ ਕੰਮ ਦੇ ਲਈ ਜਾਂ ਆਪਣੇ ਲਈ ਜਾਂ ਦੂਸਰਿਆਂ ਦੇ ਲਈ, ਤਾਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਤੇਰੀ ਮਰਜ਼ੀ ਦੇ ਮੁਤਾਬਕ ਸਭ ਕੁਝ ਹੋਵੇ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਸਾਨੂੰ ਕਦੀ ਨਹੀਂ ਛੱਡਦਾ, ਪਰਮੇਸ਼ਰ ਹਮੇਸ਼ਾ ਸਾਨੂੰ ਪਿਆਰ ਕਰਦਾ ਹੈ। ਹਾਲੇਲੂਇਆ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਸਾਨੂੰ ਹਮੇਸ਼ਾ ਪਿਆਰ ਕਰਦੇ ਆ। ਉਹ ਕਦੀ ਵੀ ਆਪਣੇ ਬੱਚਿਆਂ ਨੂੰ ਛੱਡਦੇ ਨਹੀਂ।
क्योंकि उन्हें मुल लैके खरीदया होया सानू, अपना बेसकीमती खून जिहड़ा साडे लई बहाया उन्हें सानू खरीदण लई। मेरे चीजो वो पुत्र खून जिहड़ा आ वो सानू की आ हर गुनाह तो हर पापां तो सानू बचाउंदा आ, माफी दिंदा है। ਉਹਦਾ पाक पुत्र खून साडे सारे पापां ਨੂੰ ਧੋ ਦਿੰਦਾ ਮੇਰੇ ਜੀਜੋ। ਹਾਲੇਲੂਇਆ। ਅਸੀਂ ਪਿਤਾ ਦੀ ਮਰਜ਼ੀ ਜਿਹੜੀ ਆ ਪੂਰੀ ਕਰਨੀ, ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੀ ਮਰਜ਼ੀ ਪੂਰੀ ਕਰਨੀ। ਇੱਕ ਵਾਰੀ ਫਿਰ ਮੈਂ ਇਹ ਆਇਤ ਪੜਾਂਗਾ, हे ਪਿਤਾ ਜੇ ਤੈਨੂੰ ਭਾਵੇ ਤਾਂ ਇਹ ਪਿਆਲਾ ਮੇਥੋਂ ਹਟਾ ਦੇ, ਤਾਂ ਵੀ ਮੇਰੀ ਮਰਜ਼ੀ ਨਹੀਂ ਬਲਕਿ ਤੇਰੀ ਮਰਜ਼ੀ ਪੂਰੀ ਹੋਵੇ ਮੇਰੇ ਜੀਜੋ। ਹਾਲੇਲੂਇਆ। ਕਈ ਵਾਰੀ ਅਸੀਂ ਜਦੋਂ ਚੱਲ ਜਾਂਦੇ ਪਰਮੇਸ਼ਰ ਦਾ ਕੰਮ ਕਰਦੇ ਹਾਂ, ਅਸੀਂ ਸਭ ਕੁਝ ਕਰਦੇ ਹਾਂ, ਪਰ ਕਈ ਵਾਰੀ ਅਸੀਂ ਆਪਣੀ ਇੱਛਾ ਦੇ ਅਨੁਸਾਰ ਆਪਣੇ ਮਨ ਦੇ ਨਾਲ ਆਪਣੇ ਹਿਸਾਬ ਦੇ ਨਾਲ ਅਸੀਂ ਉਹ ਕੰਮ ਕਰਦੇ, ਪਰ ਪਿਤਾ ਦੀ ਮਰਜ਼ੀ ਨੂੰ ਨਹੀਂ ਕਈ ਵਾਰੀ ਅਸੀਂ ਜਾਣਦੇ ਮੇਰੇ ਚੀਜ਼। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਅੱਗੇ ਦੁਆ ਕਰੀਏ, हे परमेश्वर तेरी ਕੀ ਮਰਜ਼ੀ ਹੈ, ਜੋ ਵੀ ਮੈਂ ਕਰ ਰਿਹਾ ਤੇਰੀ ਮਰਜ਼ੀ ਦੇ ਮੁਤਾਬਕ ਮੈਂ ਕਰ ਰਿਹਾ ਜਾਂ ਮੈਂ ਆਪਣੀ ਮਰਜ਼ੀ ਦੇ ਮੁਤਾਬਕ ਕਰ ਰਿਹਾ। ਮੇਰੇ ਜੇ ਸੱਚਮੁੱਚ ਅਸੀਂ ਪਰਮੇਸ਼ਰ ਦੀ ਮਰਜ਼ੀ ਦੇ ਨਾਲ ਕਰਦੇ ਹਾਂ ਤਾਂ ਉਹ ਪਰਮੇਸ਼ਰ ਸਾਨੂੰ ਉਹਦੇ ਸਫਲਤਾ ਦਿੰਦਾ ਹੈ, ਸਾਨੂੰ ਕਾਮਯਾਬੀ ਦਿੰਦਾ ਹੈ। ਪਰ ਜੇ ਅਸੀਂ ਆਪਣੀ ਮਰਜ਼ੀ ਦੇ ਨਾਲ, ਕੋਈ ਸਫਲਤਾ ਨਹੀਂ ਮਿਲਦੀ ਮੇਰੇ ਚੀਜ਼। ਹਾਲੇਲੂਇਆ। ਇਸ ਕਰਕੇ ਸਾਨੂੰ ਪਰਮੇਸ਼ਰ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੀ ਮਰਜ਼ੀ ਜਿਹੜੀ ਆ ਉਹ ਜਾਣਨਾ ਬਹੁਤ ਹੀ ਸਾਡੇ ਲਈ ਜ਼ਰੂਰੀ ਆ ਮੇਰੇ ਚੀਜ਼। ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਹੋਰ ਦੇਖਾਂਗੇ। ਪਹਿਲਾ ਯੂਹੰਨਾ ਉਹਦੀ 2:17 ਆਇਤ ਪਰਮੇਸ਼ਰ ਦੇ ਵਚਨ ਚੋਂ ਆਪਾਂ ਦੇਖਦੇ ਹਾਂ। ਹਾਲੇਲੂਇਆ। 2:17 ਆਇਤ। ਹਾਲੇਲੂਇਆ। ओ मेरे प्रभुओं ਦੇ ਪ੍ਰਭੂ, ਮੇਰੇ ਰਾਜਾਂ ਦੇ ਰਾਜਾ ਜੀ, ਜਿਸ ਤੇਰਾ ਸ਼ੂਰ ਆਖਾ ਤਾਰਾ ਬਾਬਾ। ਹਾਲੇਲੂਇਆ। ਲਿਖਿਆ ਅਤੇ ਸੰਸਾਰ ਨਾਲ ਉਹਦੀ ਕਾਮਨਾ ਬੀਤਦੀ ਜਾਂਦੀ ਹੈ, ਪਰ ਜਿਹੜਾ ਪਰਮੇਸ਼ਰ ਦੀ ਇੱਛਾ ਉੱਤੇ ਚੱਲਦਾ ਹੈ ਉਹ ਸਦਾ ਤਿਕਰ ਕਾਇਮ ਰਹਿੰਦਾ ਹੈ। ਹਾਲੇਲੂਇਆ। ਇਹ ਤੋਂ ਉੱਪਰ ਇੱਕ ਆਇਤ ਆਪਾਂ ਪੜਾਂਗੇ, ਕਿਉਂ ਜੋ ਸਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਹਾਲੇਲੂਇਆ, ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਿਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ। ਹਾਲੇਲੂਇਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਪਿਤਾ ਤੋਂ ਨਹੀਂ ਬਲਕਿ ਸੰਸਾਰ ਤੋਂ ਆ। ਹਾਲੇਲੂਇਆ। ਕਿਉਂ ਜੋ ਸਭੋ ਕੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਵੀ ਜਿਹੜੀ ਆ ਉਹ ਸੰਸਾਰ ਤੋਂ, ਅਤੇ ਨੇਤਰਾਂ ਦੀ ਕਾਮਨਾ ਉਹ ਸੰਸਾਰ ਤੋਂ, ਅਤੇ ਜੀਵਨ ਦਾ ਅਭਿਮਾਨ ਵੀ ਜੋ ਪਿਤਾ ਤੋਂ ਨਹੀਂ ਬਲਕਿ ਸੰਸਾਰ ਤੋਂ ਹੈ। ਅਤੇ ਸੰਸਾਰ ਦੇ ਨਾਲ ਉਹਦੀ ਕਾਮਨਾ ਬੀਤਦੀ ਜਾਂਦੀ ਹੈ। ਉਹ ਕਾਮਨਾ ਜਿਹੜੀ ਆ ਉਸ ਦਿਨ ਬਦਿਨ ਬੀਤਦੀ ਜਾਂਦੀ ਹੈ। ਹਾਲੇਲੂਇਆ। ਹਾਲੇਲੂਇਆ। ਪਰ ਜਿਹੜਾ ਪਰਮੇਸ਼ਰ ਦੀ ਇੱਛਾ ਉੱਤੇ ਚੱਲਦਾ ਉਹ ਸਦਾ ਕਾਇਮ ਰਹਿੰਦਾ। ਜਿਹੜਾ ਪਰਮੇਸ਼ਰ ਦੀ ਇੱਛਾ ਦੇ ਉੱਪਰ ਚੱਲਦਾ ਹੈ ਉਹ ਹਮੇਸ਼ਾ ਕਾਇਮ ਰਹਿੰਦਾ ਮੇਰੇ ਚੀਜ਼ੋ। ਹਾਲੇਲੂਇਆ। ਹਮੇਸ਼ਾ ਕਾਇਮ ਰਹਿੰਦਾ। ਹਾਲੇਲੂਇਆ। ਅਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨਾ ਹੈ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦੀ ਇੱਛਾ ਨੂੰ ਪੂਰਾ ਕਰਨਾ ਹੈ। ਹਾਲੇਲੂਇਆ। ਮੇਰੇ ਜੀਜੋ, ਜੇ ਪਰਮੇਸ਼ਰ ਦੀ ਲਿਖਿਆ ਜੇ ਪਰਮੇਸ਼ਰ ਦੀ ਇੱਛਾ ਪੂਰੀ ਕਰੋ ਤਾਂ ਕੀ ਆ, ਤੁਸੀਂ ਸਵਰਗ ਰਾਜ ਦੇ ਵਿੱਚ ਵੜ ਜਾਓਗੇ ਮੇਰੇ ਜੀ। ਜੇ ਪਰਮੇਸ਼ਰ ਦੀ ਇੱਛਾ ਪੂਰੀ ਕਰੋ, ਪ੍ਰਭੂ ਯਿਸੂ ਮਸੀਹ ਨਾਸਰੀ ਦੀ ਇੱਛਾ ਪੂਰੀ ਕਰੋ, ਫਿਰ ਸਵਰਗ ਦੇ ਰਾਜ ਦੇ ਵਿੱਚ ਤੁਸੀਂ ਵੜ ਜਾਓਗੇ ਮੇਰੇ ਜੀ। ਹਾਲੇਲੂਇਆ। ਇੱਕ ਆਇਤ ਹੋਰ ਪੜ੍ਹ ਕੇ ਪੜਾਂਗੇ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ, ਰਸੂਲਾਂ ਦੇ ਕਰਤੱਵ। ਹਾਲੇਲੂਇਆ। ਉਹਦਾ 10 ਬਾਬ ਦੀ 34 ਆਇਤ, ਇੱਕੋ ਆਇਤ ਪੜ੍ਹ ਕੇ ਆਪਾਂ ਇਸ ਨੂੰ ਬੰਦ ਕਰਾਂਗੇ। ਹਾਲੇਲੂਇਆ। 10 ਬਾਬ ਦੀ 34 ਆਇਤ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪੜਾਂਗੇ। ਤਦ ਪਤਰਸ ਨੇ ਮੂੰਹ ਖੋਲ ਕੇ ਆਖਿਆ, ਮੈਂ ਸੱਚਮੁੱਚ ਜਾਣ ਲਿਆ ਹੈ ਜੋ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ ਹੈ। ਹਾਲੇਲੂਇਆ। ਪਤਰਸ ਨੇ ਮੂੰਹ ਖੋਲ ਕੇ ਆਖਿਆ, ਕਹਿੰਦੇ ਕਿ ਮੈਂ ਅੱਜ ਜਾਣ ਲਿਆ ਹੈ ਕਿ ਪਰਮੇਸ਼ਰ ਕਿਸੇ ਦਾ ਵੀ ਪੱਖਪਾਤ ਜਿਹੜਾ ਆ ਉਹ ਨਹੀਂ ਕਰਦਾ ਮੇਰੇ ਜੀ। ਕਿਸੇ ਦਾ ਪੱਖਪਾਤ ਨਹੀਂ ਪਰਮੇਸ਼ਰ ਕਰਦਾ ਹੈ। ਜਿੱਦਾਂ ਦੇ ਅਸੀਂ ਕੰਮ ਕਰਾਂਗੇ ਪਰਮੇਸ਼ਰ ਨੇ ਉਦਾਂ ਦਾ ਰਿਵਾਰਡ, ਉਦਾਂ ਦਾ ਇਨਾਮ ਸਾਨੂੰ ਦੇਣਾ ਹੈ। ਜੇ ਅਸੀਂ ਅੱਛੇ ਕੰਮ ਕਰਕੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਕੇ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਕੇ ਕਰਾਂਗੇ ਤਾਂ ਪਰਮੇਸ਼ਰ ਸਾਨੂੰ ਸਵਰਗ ਰਾਜ ਦੇ ਵਿੱਚ ਲੈ ਕੇ ਜਾਏਗਾ। ਉਹਦੀ ਇੱਛਾ ਨੂੰ ਪੂਰਾ ਕਰਾਂਗੇ। ਹਾਲੇਲੂਇਆ। ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ ਹੈ, ਸਗੋਂ ਹਰੇਕ ਕੰਮ ਵਿੱਚ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ, ਜਿਹੜਾ ਵੀ ਉਸ ਤੋਂ ਹਰੇਕ ਕੰਮ ਵਿੱਚ ਜੋ ਕੋਈ ਉਸ ਤੋਂ ਡਰਦਾ ਹੈ, ਹਰੇਕ ਕੰਮ ਵਿੱਚ ਪਰਮੇਸ਼ਰ ਦੇ ਵਚਨ 'ਚ ਲਿਖਿਆ ਜੋ ਉਸ ਤੋਂ ਡਰਦਾ ਹੈ। ਹਾਲੇਲੂਇਆ। ਹਾਲੇਲੂਇਆ। ਡਰਦਾ ਹੈ। ਹਾਲੇਲੂਇਆ। ਡਰਦਾ ਹੈ ਤੇ ਧਰਮ ਦੇ ਕੰਮ ਕਰਦਾ। ਧਰਮੀ ਲੋਕ ਜਿਹੜੇ ਧਰਮ ਦੇ ਕੰਮ ਕਰਦੇ ਆ ਮੇਰੇ ਜੀਜੋ, ਹਾਲੇਲੂਇਆ, ਉਹ ਉਸ ਨੂੰ
ਪਾਉਂਦਾ ਹੈ ਉਹ ਉਸ ਨੂੰ ਪਾਉਂਦਾ ਹੈ ਮੇਰੇ ਜੀਜੋ। ਪਰਮੇਸ਼ਰ ਕਿਹਨੂੰ ਪਾਉਂਦਾ ਹੈ? ਜਿਹੜੇ ਧਰਮ ਦੇ ਕੰਮ ਕਰਦਾ ਹੈ ਉਹਨੂੰ ਪਰਮੇਸ਼ਰ ਉਹਦੀ ਇੱਛਾ ਨੂੰ ਪੂਰੀ ਕਰਦਾ ਹੈ ਤੇ ਧਰਮ ਦੇ ਕੰਮ ਕਰਦਾ, ਪਰਮੇਸ਼ਰ ਉਹਨੂੰ ਪਾਉਂਦਾ ਆ। ਸਾਫ਼ ਸਾਫ਼ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਮੇਰੇ ਜੀਜੋ। ਹਾਲੇਲੂਇਆ। ਉਹਨੂੰ ਪਾਉਂਦਾ ਆ ਮੇਰੇ ਜੀਜੋ। ਹਾਲੇਲੂਇਆ। ਜਿਹੜਾ ਵਚਨ ਉੱਤੇ ਇਸਰਾਇਲ ਦੇ ਵੰਸ਼ ਦੇ ਕੋਲ ਘੱਲਿਆ ਜਾਂਦਾ, ਯਿਸੂ ਮਸੀਹ ਦੇ ਵਸੀਲੇ ਤੋਂ, ਜੋ ਸਭਨਾਂ ਦਾ ਪ੍ਰਭੂ ਹੈ, ਸੁਲਾਹ ਦੀ ਖੁਸ਼ਖਬਰੀ ਸੁਣਾਈ ਮੇਰੇ ਜੀਜੋ। ਜਿਹੜਾ ਸਭਨਾਂ ਦਾ ਪ੍ਰਭੂ ਹੈ, ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜਾ ਹੈ ਸਭਨਾਂ ਦਾ ਪ੍ਰਭੂ ਹੈ ਮੇਰੇ ਜੀਜੋ, ਉਹ ਖੁਸ਼ਖਬਰੀ ਉਹਦੀ ਅਸੀਂ ਸੁਣਾ ਰਹੇ ਹਾਂ। ਹਾਲੇਲੂਇਆ। ਪਰਮੇਸ਼ਰ ਦੇ ਜਿਹੜਾ ਧਰਮ ਦੇ ਕੰਮ ਕਰਦਾ, ਪਰਮੇਸ਼ਰ ਉਹ ਮੈਨੂੰ ਪਾਉਂਦਾ ਆ। ਉਹ ਲੋਕੀ ਮੈਨੂੰ ਪਾਉਂਦੇ ਜਿਹੜੇ ਧਰਮ ਦੇ ਕੰਮ ਕਰਦੇ ਆ ਮੇਰੇ ਜੀਜੋ। ਹਾਲੇਲੂਇਆ। ਅੱਜ ਅਸੀਂ ਸਿੱਖਿਆ ਪਰਮੇਸ਼ਰ ਦੇ ਵਚਨ ਚੋਂ, ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਉਹ ਸਵਰਗ ਦੇ ਰਾਜ ਦੇ ਵਿੱਚ ਨਹੀਂ, ਬਲਕਿ ਹਾਲੇਲੂਇਆ ਪਰਮੇਸ਼ਰ ਪ੍ਰਭੂ ਯਿਸੂ ਜੀ ਕਹਿਣਗੇ ਮੈਂ ਤੈਨੂੰ ਕਦੇ ਨਹੀਂ ਜਾਣਿਆ। ਜੇਕਰ ਅਸੀਂ ਪਰਮੇਸ਼ਰ ਦੀ ਇੱਛਾ ਨੂੰ ਨਹੀਂ ਪੂਰੀ ਕਰਦੇ, ਜੇਕਰ ਅਸੀਂ ਧਰਮ ਦੇ ਕੰਮ ਨਹੀਂ ਕਰਦੇ, ਧਰਮ ਦੇ ਕੰਮ ਕਰਕੇ ਅਸੀਂ ਪਰਮੇਸ਼ਰ ਦੇ ਸਵਰਗ ਰਾਜ ਦੇ ਵਿੱਚ ਜਾ, ਉਹਦੀ ਇੱਛਾ ਨੂੰ ਪੂਰੀ ਕਰਕੇ ਅਸੀਂ ਸਵਰਗ ਦੇ ਰਾਜ ਵਿੱਚ ਜਾ ਸਕਦੇ ਮੇਰੇ ਜੀਜੋ। ਨਹੀਂ ਤਾਂ ਭੁੱਲ ਜਾਓ। ਹਾਲੇਲੂਇਆ। ਇਹ ਨਹੀਂ ਕਿ ਮੈਂ ਵਚਨ ਤੁਹਾਨੂੰ ਸੁਣਾ, ਮੇਰੇ ਲਈ ਵੀ ਵਚਨ ਹੋਣਾ ਹੈ, ਸਭ ਦੇ ਲਈ ਹੈ ਇਹ ਵਚਨ। ਮੇਰੇ ਲਈ ਵੀ, ਤੁਹਾਡੇ ਲਈ, ਸਭ ਦੇ ਲਈ ਇਹ ਵਚਨ ਹੈ। ਧਰਮ ਦੇ ਕੰਮ ਕਰੀਏ ਮੇਰੇ ਜੀਜੋ। ਤੇ ਜਿਹੜੇ ਅਸੀਂ ਲੋਕਾਂ ਨੂੰ ਚੰਗੇ ਕਰਦੇ ਹਾਂ, ਬਦਰੂਹਾਂ ਕੱਢਦੇ ਹਾਂ, ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਪਰਮੇਸ਼ਰ ਯਿਸੂ ਦੇ ਨਾਮ, ਉਹ ਪਰਮੇਸ਼ਰ ਦਾ ਵਾਅਦਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਮੇਰੇ ਤੋਂ ਵੱਡੇ ਵੱਡੇ ਕੰਮ ਕਰੋਗੇ। ਉਹਦੇ ਨਾਲ ਨਾਲ ਹੋਰ ਬਹੁਤ ਕੁਝ ਦੱਸਿਆ ਹੈ ਪਰਮੇਸ਼ਰ ਦੇ ਵਚਨ ਦੇ ਵਿੱਚ ਮੇਰੇ ਜੀਜੋ। ਹਾਲੇਲੂਇਆ। ਜੇ ਧਰਮ ਦੇ ਕੰਮ ਕਰਾਂਗੇ ਤਾਂ ਫੇਰ ਪਰਮੇਸ਼ਰ ਕਹਿੰਦਾ ਉਹ ਲੋਕ ਮੈਨੂੰ ਭਾਉਂਦੇ ਆ ਜਿਹੜੇ ਧਰਮ ਦੇ ਕੰਮ ਕਰਦੇ ਆ। ਹਾਲੇਲੂਇਆ। ਅੱਜ ਮੇਰੇ ਜੀਜੋ ਅਸੀਂ ਜਾਣੀਏ, ਅਸੀਂ ਸੋਚੀਏ, ਪਰਮੇਸ਼ਰ ਦਾ ਵਚਨ ਪੜ੍ਹੀਏ, ਉਹਦੇ ਹੁਕਮਾਂ ਦੇ ਉੱਪਰ ਚੱਲੀਏ, ਪਵਿੱਤਰਤਾ ਇਹਦੇ 'ਚ ਜੀਵਨ ਗੁਜ਼ਾਰੀਏ, ਧਰਮ ਦੇ ਕੰਮ ਕਰੀਏ, ਤਾਂ ਪਰਮੇਸ਼ਰ ਕਹਿੰਦਾ ਮੇਰੀ ਇੱਛਾ ਨੂੰ ਪੂਰੀ ਕਰੋ ਤੇ ਤੁਹਾਡੇ ਲਈ ਸਵਰਗ ਰਾਜ ਮੈਂ ਰੱਖਿਆ ਹੋਇਆ ਹੈ। ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ ਮਸੀਹ ਇਹਨਾਂ ਵਚਨਾਂ ਨੇ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਰਵਾਦ ਹੈ। ਸਾਰਿਆਂ ਨੂੰ ਜੈ ਮਸੀਹ ਦੀ।